ਜੋ ਸਰਹੰਦ ਤੋਂ ਆਦਿਕ ਇਹ ਵੱਡੇ ਵੱਡੇ ਸ਼ਹਿਰ ਵਸਦੇ ਹਨ, ਜਿਵੇਂ ਲਾਹੌਰ ਹੈ, ਸਰਹੰਦ ਹੈ, ਹੋਰ ਵੀ ਸਭ ਥਾਵਾਂ ਜਿਸ ਥਾਂ ਦੇ ਉੱਤੇ ਦੁਸ਼ਟ ਦੋਖੀ ਵਸਦੇ ਹਨ। ਉਹ ਆਵੇਗਾ ਸਾਡਾ ਬਲੀ ਬਹਾਦਰ ਸਿੱਖ, ਆ ਕੇ ਇੱਟ ਨਾਲ ਇੱਟ ਖੜਕਾਵੇਗਾ, ਉਜਾੜ ਕਰ ਦੇਵੇਗਾ, ਲੁੱਟੇਗਾ ਵੀ ਇਹਨਾਂ ਨੂੰ, ਇਹਨਾਂ ਦੁਸ਼ਟਾਂ ਨੂੰ ਮਾਰੇਗਾ ਵੀ। ਮਹਾਰਾਜ ਕਹਿੰਦੇ ਹੁਣ ਲੱਖਾਂ ਦੇ ਉੱਤੇ ਆਪਦਾ ਪਵੇਗੀ, ਲੱਖਾਂ ਦੇ ਉੱਤੇ ਇਹ ਜਿਹੜਾ ਵਿਪਤਾ ਦਾ ਸਮਾਂ ਆਵੇਗਾ। ਹੁਣ ਕਿਸੇ ਵਿੱਚ ਸਮਰੱਥਾ ਨਹੀਂ ਹੋਵੇਗੀ ਜਿਹੜਾ ਇਸ ਉਪਦਰ ਨੂੰ, ਇਸ ਵਿਪਤਾ ਨੂੰ ਟਾਲ ਸਕੇ, ਕਿਉਂਕਿ ਜਦੋਂ ਜੰਗ ਯੁੱਧ ਆਉਂਦਾ ਤੇ ਉਸ ਵੇਲੇ ਫਿਰ ਵਿਪਤਾ ਸਾਰਿਆਂ ਤੇ ਆਉਂਦੀ ਹੈ। ਇਹ ਤਾਂ ਨਹੀਂ ਵੀ ਇਕੱਲੇ ਦੁਸ਼ਟ ਹੀ ਮਾਰੇ ਜਾਣੇ, ਹੋਰ ਵਿੱਚ ਦੂਜੇ ਭਲੇ ਮਾਨਸ ਵੀ ਕਈ ਮਾਰੇ ਜਾਂਦੇ ਫਿਰ ਜਦੋਂ ਜੰਗ ਯੁੱਧ ਦਾ ਸਮਾਂ ਆਉਂਦਾ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਹੁਣ ਲੱਖਾਂ ਦੇ ਉੱਤੇ ਵਿਪਤਾ ਪਵੇਗੀ, ਕੋਈ ਐਸੀ ਸਮਰੱਥਾ ਵਾਲਾ ਨਹੀਂ ਜਿਹੜਾ ਇਸ ਵਿਪਤਾ ਨੂੰ ਦੂਰ ਕਰੇਗਾ। ਇਹ ਬਹਾਦਰ ਸ਼ਾਹ ਹੁਣ ਦੇਸ਼ ਉਜੜੇਗਾ ਤੇ ਕੋਈ ਰਾਖਾ ਨਹੀਂ ਹੋਵੇਗਾ। ਆ ਫਿਰ ਜੰਗ ਯੁੱਧ ਹੋਣਗੇ, ਬਾਬਾ ਬੰਦਾ ਸਿੰਘ ਬਹਾਦਰ ਖਾਲਸਾਈ ਫੌਜਾਂ ਸਮੇਤ ਆ ਕਰਕੇ ਜੰਗ ਯੁੱਧ ਕਰੇਗਾ, ਸਮਾਣਾ, ਸਢੌਰਾ ਤੇ ਇਹ ਸਰਹੰਦ, ਲਾਹੌਰ, ਹੋਰ ਸਭ ਥਾਵਾਂ ਤੇ ਜਿੱਥੇ ਜਿੱਥੇ ਦੁਸ਼ਟ ਦੋਖੀ ਆ ਤੇ ਉਹਨਾਂ ਨੂੰ ਉਜਾੜੇਗਾ, ਉਹਨਾਂ ਦਾ ਖਾਤਮਾ ਕਰੇਗਾ, ਕੋਈ ਰਾਖਾ ਨਹੀਂ ਹੋਵੇਗਾ। ਹੁਣ ਨਿਸ਼ਚਾ ਕਰ ਇਸ ਗੱਲ ਤੇ, ਹੁਣ ਇਸ ਤਰ੍ਹਾਂ ਦੀ ਹੋਣੀ ਹੋਵੇਗੀ। ਤੇ ਜਿਨ੍ਹਾਂ ਦੁਸ਼ਟਾਂ ਨੇ ਸਾਹਿਬਜ਼ਾਦਿਆਂ ਨੂੰ ਸੰਘਾਰਿਆ ਹੈ, ਉਸ ਸਰਹੰਦ ਦੇ ਸੂਬੇ ਨੂੰ ਫੜ ਕਰਕੇ ਤੇ ਉਹਦਾ ਖਾਤਮਾ ਕਰੇਗਾ। ਇਸ ਤੋਂ ਬਾਅਦ ਕਿ ਸਾਰਾ ਪਲਟਾ, ਸਾਰਾ ਬਦਲਾ ਲਵੇਗਾ ਉਹ ਖਾਲਸਾ। ਇਹ ਬਹਾਦਰ ਸ਼ਾਹ ਹੁਣ ਆਪਣੀਆਂ ਅੱਖਾਂ ਨਾਲ ਤੂੰ ਵੇਖੇਗਾ, ਤੇਰੀ ਬਾਦਸ਼ਾਹੀ ਸਫਲ ਨਹੀਂ ਹੋਵੇਗੀ, ਤੇਰੀ ਬਾਦਸ਼ਾਹੀ ਜਿਹੜੀ ਹੈ ਨਾ ਇਹ ਸਫਲ ਨਹੀਂ ਹੋਵੇਗੀ। ਹੁਣ ਆ ਕਰਕੇ ਭਾਜਣਾ ਪਾ ਦੇਵੇਗਾ ਉਹ ਬਲੀ ਬਹਾਦਰ। ਇਸ ਤਰ੍ਹਾਂ ਕੁਝ ਰਿਸ ਵਿੱਚ ਵੀ ਆਏ ਹੋਏ ਆ ਸਤਿਗੁਰੂ, ਵੀਰ ਰਸ ਵਿੱਚ ਆ ਕਰਕੇ ਬਚਨ ਕੀਤੇ ਬਹਾਦਰ ਸ਼ਾਹ ਦੇ ਨਾਲ। ਤੇ ਇਹਦੀ ਸਭਾ ਚ ਉੱਠ ਕੇ ਆ ਗਏ ਇਸ ਤਰ੍ਹਾਂ ਵੀਰ ਰਸ ਵਿੱਚ ਬਚਨ ਕਰਦਿਆਂ ਹੋਇਆਂ, ਤੇ ਆ ਕੇ ਆਪਣੇ ਘੋੜੇ ਤੇ ਸਵਾਰ ਹੋ ਗਏ ਦਸ਼ਮੇਸ਼ ਪਾਤਸ਼ਾਹ। ਫਿਰ ਬਾਗ ਦੇ ਵਿੱਚ ਆਪਣੇ ਪੜਾ ਤੇ ਮਹਾਰਾਜ ਸਾਹਿਬ ਜੀ ਚੱਲ ਕੇ ਆ ਗਏ। ਇਸ ਤਰ੍ਹਾਂ ਕੁਝ ਦਿਨ ਇੱਥੇ ਮਹਾਰਾਜ ਸਾਹਿਬ ਜੀ ਨੇ ਹੋਰ ਬਤੀਤ ਕੀਤੇ। ਬਾਗਰੇ, ਇਹ ਆਗਰੇ ਦੀ ਧਰਤੀ ਤੇ ਜਿੱਥੇ ਮਹਾਰਾਜ ਬਾਗ ਦੇ ਵਿੱਚ ਪੜਾ ਲਾਇਆ ਹੋਇਆ ਸੀ। ਮਹਾਰਾਜ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਨਾ ਬਹਾਦਰ ਸ਼ਾਹ ਬਹੁਤ ਚਿੰਤਾ ਦੇ ਵਿੱਚ ਹੋ ਗਿਆ, ਇਹ ਤਾਂ ਮਹਾਰਾਜ ਸਾਹਿਬ ਨੇ ਹੋਰ ਹੀ ਬਚਨ ਕਰ ਦਿੱਤੇ ਆ। ਤੋ ਇਸ ਤਰ੍ਹਾਂ ਬਹੁਤ ਚਿੰਤਾ ਦੇ ਸਹਿਤ ਹੋਇਆ ਹੈ। ਪਰ ਗੁਰੂ ਸਾਹਿਬ ਜੀ ਦੇ ਨਾਲ ਇਹਨੇ ਕੁਝ ਅੱਗੇ ਫਿਰ ਨਹੀਂ ਆਖਿਆ, ਹੋਰ ਕੁਝ ਨਹੀਂ ਇਸ ਨੇ ਕਹਿਣਾ ਕੀਤਾ, ਕਿਉਂਕਿ ਮੁੱਕਰ ਗਿਆ, ਇਹ ਆਲਾ ਟਾਲਾ ਜਿਹਾ ਕਰ ਗਿਆ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ ਵੀ ਸਾਡਾ ਇੱਕ ਸਵਾਲ ਅਸੀਂ ਤੈਨੂੰ ਕਰਾਂਗੇ ਤੇ ਉਹ ਪੂਰਾ ਕਰ ਦੇਵੀਂ। ਉਹ ਸਵਾਲ ਜਦੋਂ ਮਹਾਰਾਜ ਨੇ ਕੀਤਾ ਵੀ ਜਿਹੜੇ ਜਿਹੜੇ ਦੁਸ਼ਟ ਦੋਖੀ ਆ, ਜ਼ਾਲਮ ਲੋਕ ਆ, ਭਾਵੇਂ ਉਹ ਕੋਈ ਸੂਬਾ ਵਾ, ਭਾਵੇਂ ਕੋਈ ਵਜ਼ੀਰ ਵਾ, ਭਾਵੇਂ ਕੋਈ ਕਾਜੀ ਆ, ਭਾਵੇਂ ਮੌਲਵੀ ਆ, ਕੋਈ ਸਿਪਾਹੀ ਆ, ਕੋਈ ਵੱਡਾ ਅਹੁਦੇਦਾਰ ਆ, ਉਹ ਸਾਰੇ ਸਾਨੂੰ ਬੰਨ ਬੰਨ ਕੇ ਤੇ ਸਾਡੇ ਹਵਾਲੇ ਕਰਦੇ ਤੇ ਅਸੀਂ ਉਹਨਾਂ ਨੂੰ ਆਪ ਸਜ਼ਾ ਦੇਣੀ ਚਾਹੁੰਦੇ ਹਾਂ। ਭਾਵੇਂ ਕਿਸੇ ਨੂੰ ਸੂਲੀ ਤੇ ਚਾੜੀਏ, ਭਾਵੇਂ ਕਿਸੇ ਨੂੰ ਫਾਹੇ ਲਾਈਏ, ਉਹ ਮਹਾਰਾਜ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ, ਕਿਉਂਕਿ ਐਸੇ ਹੀ ਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ। ਦਿਆਲੂ ਕਿਰਪਾਲੂ ਵੀ ਬੜੇ ਆ ਤੇ ਵੀਰ ਰਸ ਵੀ ਬੜਾ ਸਤਿਗੁਰੂ ਜੀ ਦੇ ਵਿੱਚ। ਇਹ ਨਹੀਂ ਵੀ ਇਹ ਦੂਸਰਿਆਂ ਵਾਸਤੇ ਹੀ ਆ, ਆਪਣੇ ਘਰ ਵਾਸਤੇ ਵੀ ਇਹੀ ਰਵੱਈਆ ਹੀ ਆ ਗੁਰੂ ਸਾਹਿਬ ਜੀ ਦਾ। ਸਿੱਖਾਂ ਨਾਲ ਪ੍ਰੇਮ ਵੀ ਬਹੁਤ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ।
ਤੇ ਜਿਹੜਾ ਢਿੱਲ ਮੱਠ ਜੀ ਕਰਦਾ ਨਾ, ਕੋਈ ਰਹਿਤ ਮਰਿਆਦਾ ਦੇ ਵਿੱਚ ਫਰਕ ਪਾਉਂਦਾ, ਝਾੜ ਝੰਬ ਵੀ ਪੂਰੀ ਵੀ ਕਰਦੇ ਆ, ਤੇ ਜੇ ਕੋਈ ਜ਼ਿਆਦਾ ਹੀ ਮਹਾਰਾਜ ਸਾਹਿਬ ਜੀ ਦੀ ਰਹਿਤ ਮਰਿਆਦਾ ਨੂੰ ਛੱਡ ਕੇ ਆਪਣੀ ਪੂਜਾ ਪੂਜਾ ਕਰਾਉਣ ਲੱਗ ਪੈਂਦਾ, ਮਨ ਮਰਜ਼ੀਆਂ ਕਰਨ ਲੱਗ ਪੈਂਦਾ, ਤੇ ਫਿਰ ਮਹਾਰਾਜ ਸਾਹਿਬ ਜੀ ਤਲ ਵੀ ਦਿੰਦੇ ਪਕੌੜਿਆਂ ਵਾਂਗੂ। ਅੱਜ ਵੀ ਖੂਹ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਜਿਸ ਖੂਹ ਦੇ ਵਿੱਚ ਮਸੰਦ ਸਟਵਾਏ ਸੀ ਮਹਾਰਾਜ, ਉਹ ਖੂਹ ਦਾ ਨਾਂ ਹੀ ਮਸੰਦਾਂ ਵਾਲਾ ਖੂਹ ਆ। ਮਸੰਦ ਸਤਿਕਾਰਯੋਗ ਸੀ ਉਸ ਮੌਕੇ ਤੇ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਮਸੰਦ ਦੀ ਵਿਆਖਿਆ ਹੁਣ ਦੇ ਸਮੇਂ 'ਚ ਕਰਨੀ ਹੋਵੇ ਨਾ, ਜਿਵੇਂ ਸੰਗਤ ਦੇ ਵਿੱਚ ਜਿਸ ਨੂੰ ਬਹੁਤਾ ਮਾਣ ਸਤਿਕਾਰ ਪ੍ਰਾਪਤ ਹੈ, ਸੰਗਤ ਦੇ ਵਿੱਚ ਜਿਹੜਾ ਸੰਗਤ ਦੀ ਅਗਵਾਈ ਕਰਦਾ ਹੈ, ਉਸ ਮੌਕੇ ਤੇ ਸੰਗਤ ਵਿੱਚ ਜਿਹੜਾ ਜਿਹਦੀ ਜਾਣ ਪਛਾਣ ਬਹੁਤੀ ਹੁੰਦੀ ਸੀ, ਗੁਰੂ ਸਾਹਿਬ ਜੀ ਵੱਲੋਂ ਜਿਸ ਨੂੰ ਥਾਪਿਆ ਹੁੰਦਾ ਸੀ ਵੀ ਐਸੇ ਇਲਾਕੇ ਦੀ ਸੰਗਤ ਨੂੰ ਤੂੰ ਗੁਰੂ ਘਰ ਦੀ ਸੇਵਾ 'ਚ ਲੈ ਕੇ ਆਉਣਾ, ਸੰਗਤ ਦਾ ਦਸਵੰਧ ਭਾਈ ਤੂੰ ਲੈ ਕੇ ਆਉਣਾ, ਸੰਗਤ ਵਿੱਚ ਪ੍ਰਚਾਰ ਪ੍ਰਸਾਰ ਤੇਰੀ ਜ਼ਿੰਮੇਵਾਰੀ, ਐਸੇ ਇਲਾਕੇ ਦੇ ਵਿੱਚ ਉਹ ਇਲਾਕਾ ਦਿੱਤਾ ਹੁੰਦਾ ਸੀ ਮਹਾਰਾਜ ਸਾਹਿਬ ਜੀ ਨੇ। ਉਹ ਫਿਰ ਆਪਣੀ ਮਰਜ਼ੀ ਕਰਨ ਲੱਗ ਪਏ ਸੀ। ਚੌਥੇ ਪਾਤਸ਼ਾਹ ਤੋਂ ਥਾਪੇ ਹੋਏ ਸੀ, ਅੱਗੇ ਤੋਂ ਅੱਗੇ ਚੱਲਦੇ ਚੱਲਦੇ ਦਸਮ ਪਾਤਸ਼ਾਹ ਵੇਲੇ ਤੱਕ। ਤੇ ਜਦੋਂ ਮਹਾਰਾਜ ਸਾਹਿਬ ਜੀ ਸਰੀਰ ਕਾਰਵਾਲਾ ਛੋਟੇ ਸੀ ਨਾ, ਕਿਉਂਕਿ ਬਚਪਨ ਵਿੱਚ ਹੀ ਗੁਰਤਾ ਗੱਦੀ ਦੇ ਤਖਤ ਤੇ ਬੈਠ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, 9 ਸਾਲ ਦੀ ਉਮਰ ਤੋਂ ਵੀ ਘੱਟ ਹੀ ਸੀ ਸਰੀਰ ਕਾਰਵਾਲਾ। ਉਦੋਂ ਮਸੰਦ ਤੇ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਵੀ 10ਵੇਂ ਪਾਤਸ਼ਾਹ ਤੇ ਹਲੇ ਬੱਚੇ ਹੀ ਆ, ਇਹਨਾਂ ਨੂੰ ਕੀ ਪਤਾ। ਕਈਆਂ ਨੇ ਇਹ ਗੱਲਾਂ ਵੀ ਕੀਤੀਆਂ ਸੀ। ਤੇ ਮਹਾਰਾਜ ਸਾਹਿਬ ਅੰਤਰਜਾਮੀ ਸਭ ਕੁਝ ਜਾਣਦੇ ਸੀ, ਗਰੀਬ ਨੂੰ ਕਹਿੰਦੇ ਕੋਈ ਨਹੀਂ, ਤੁਹਾਨੂੰ ਦੱਸਦੇ ਪਤਾ, ਬੱਚੇ ਹੀ ਆ ਨਾ। ਉਦੋਂ ਵੀ ਪਟਨਾ ਸਾਹਿਬ ਦੀ ਧਰਤੀ ਤੇ ਵੀ ਮਹਾਰਾਜ ਨੇ ਐਸੇ ਕੌਤਕ ਕਈ ਵਿਖਾਏ ਸੀ। ਉਹ ਮਸੰਦ ਇੱਕ ਨਾ ਉੱਥੇ ਮਹਾਰਾਜ ਸਾਹਿਬ ਵਾਸਤੇ ਭੰਗੂੜਾ ਲੈ ਕੇ ਆਇਆ ਸੀ। ਉਹਨੇ ਕਿਹਾ ਮਹਾਰਾਜ ਸੋਨੇ ਦਾ ਲਿਆਂਦਾ ਜੀ। ਸਤਿਗੁਰੂ ਕਹਿੰਦੇ ਸੰਗਤ ਨੂੰ, ਗਰੀਬ ਨਵਾਜ ਕਹਿੰਦੇ ਵੀ ਲੱਕੜਾਂ ਇਕੱਠੀਆਂ ਕਰਕੇ ਲੱਕੜ ਵਿੱਚ ਰੱਖ ਕੇ ਅੱਗ ਲਾ ਦਿਓ। ਮਾਤਾ ਜੀ ਨੇ ਵੀ ਬਾਕੀਆਂ ਨੇ ਵੀ ਰੋਕਿਆ ਵੀ ਲਾਲ ਜੀ, ਮਸੰਦ ਨੇ ਕਿੰਨੀ ਮਾਇਆ ਇਕੱਠੀ ਕੀਤੀ ਸੰਗਤ ਦੇ ਪਾਸੋਂ, ਫੇਰ ਭੰਗੂੜਾ ਤੁਹਾਡੇ ਵਾਸਤੇ ਸੋਨੇ ਦਾ ਤਿਆਰ ਕੀਤਾ ਤੇ ਤੁਸੀਂ ਸਾੜ ਦੇਣ ਲੱਗੇ ਹੋ। ਕਹਿੰਦੇ ਨਹੀਂ ਸਾੜਨਾ ਵਾ। ਜਦੋਂ ਸਾੜਿਆ ਤੇ ਜਿਸ ਵੇਲੇ ਸੜ ਗਿਆ, ਜਿਹੜਾ ਸ਼ੁੱਧ ਸੋਨਾ ਵਾ ਉਹ ਨਹੀਂ ਸੜਦਾ, ਬਾਕੀ ਜਿਹੜਾ ਉਹ ਸਭ ਕੁਝ ਸੜ ਜਾਂਦਾ। ਉਹ ਜਿੰਨਾ ਦੱਸਦਾ ਸੀ ਉਹਦੇ ਨਾਲੋਂ ਬਹੁਤ ਘੱਟ ਸੋਨਾ ਉਹਦੇ ਵਿੱਚੋਂ ਨਿਕਲਿਆ, ਬਾਕੀ ਸਾਰਾ ਹੋਰ ਹੀ ਕੀ ਕੁਝ, ਉਹ ਮਲੰਮਾ ਹੀ ਸੀ। ਉਹ ਸਾਰੀ ਮਾਇਆ ਆਪ ਖਾ ਗਿਆ ਸੀ, ਥੋੜ੍ਹਾ ਜਿਹਾ ਸੋਨਾ ਲਾਤਾ ਸੀ ਉੱਤੇ ਉੱਤੇ। ਮਹਾਰਾਜ ਕਹਿੰਦੇ ਆ ਇਸ ਤਰ੍ਹਾਂ ਦਾ ਪਿਆਰ ਇਹਨਾਂ ਦਾ। ਉਸ ਵੇਲੇ ਵੀ ਉਹ ਚਮਤਕਾਰਾ ਵਿਖਾਇਆ ਸੀ, ਖੋਟ ਵਿਖਾਈ ਸੀ। ਆਨੰਦਪੁਰ ਸਾਹਿਬ ਤਾਂ ਫਿਰ ਜਦੋਂ ਸੰਗਤ ਨੇ ਆ ਕੇ ਦੱਸਿਆ, ਹੋਰ ਪ੍ਰੇਮੀਆਂ ਨੇ ਦੱਸਿਆ, ਉਹਨਾਂ ਕਿਹਾ ਮਹਾਰਾਜ ਤੁਹਾਡੇ ਮਸੰਦ ਬੜੇ ਵਿਗੜ ਗਏ ਜਿਹੜੇ ਤੁਸੀਂ ਥਾਪੇ ਹੋਏ। ਉਹ ਸੰਗਤ ਨੂੰ ਬੜਾ ਘੂਰਦੇ ਆ, ਕਦੀ ਕਹਿ ਦਿੰਦੇ ਅਸੀਂ ਸ਼ਰਾਪ ਦੇ ਦਿਆਂਗੇ ਜੇ ਸਾਡੀ ਨਾ ਗੱਲ ਮੰਨੀ, ਜੇ ਨਾ ਸਾਨੂੰ ਮੱਥਾ ਟੇਕਿਆ, ਜੇ ਨਾ ਸਾਡੀ ਪੂਜਾ ਪ੍ਰਤਿਸ਼ਠਾ ਕੀਤੀ, ਸ਼ਰਾਪ ਦੇ ਦਿਆਂਗੇ। ਕਈ ਡਰਾਵੇ ਵੀ ਬੜੇ ਦਿੰਦੇ ਨਾ। ਤਾਂ ਜਦੋਂ ਪਤਾ ਲੱਗਾ ਤੇ ਮਹਾਰਾਜ ਸਾਹਿਬ ਕਹਿੰਦੇ ਫੜ ਫੜ ਕੇ ਲਿਆਓ ਸਾਰਿਆਂ ਨੂੰ, ਮੁਸ਼ਕਾਂ ਚਾੜੋ ਇਹਨਾਂ ਨੂੰ। ਫੜ ਫੜ ਕੇ ਲਿਆਂਦੇ ਤਾਂ ਗਰੀਬ ਨਵਾਜ ਸਾਹਿਬ ਜੀ ਨੇ ਇੱਥੋਂ ਤੀਕ ਬਚਨ ਕਹਿ ਦਿੱਤਾ ਸੀ ਵੀ ਦਾੜੀਆਂ ਤੋਂ ਫੜ ਕੇ ਲਿਆਓ, ਦਾੜੀਆਂ ਤੋਂ ਫੜ ਕੇ। ਹੋਰ ਤਰ੍ਹਾਂ ਲੱਗੋ ਨਾ ਆਪਾਂ ਨੂੰ, ਪਰ ਜਿਹੜਾ ਕੰਮ ਹੀ ਪੁੱਠੇ ਕਰੇ ਉਹਨੂੰ ਇਸ ਤਰ੍ਹਾਂ ਹੀ ਉਹਦੇ ਨਾਲ ਹੁੰਦਾ ਵਾ। ਤੇ ਭਾਈ ਫੇਰੂ ਜੀ, ਉਹ ਵੀ ਗੁਰੂ ਕੇ ਥਾਪੇ ਹੋਏ ਮਸੰਦ ਸੀ। ਜਦੋਂ ਉਹਨਾਂ ਨੂੰ ਗਏ ਨਾ, ਉਹ ਐਡਾ ਨਾਮ ਵਿੱਚ ਭਿੱਜਾ ਹੋਇਆ ਮਹਾਰਾਜ ਦਾ ਸਿੱਖ, ਸੇਵਾ ਸਿਮਰਨ ਵਾਲਾ, ਵੇਖ ਕੇ ਤੇ ਕਿਸੇ ਦਾ ਹੌਸਲਾ ਹੀ ਨਾ ਪਿਆ ਵੀ ਇਹਨੂੰ ਕਿਵੇਂ ਫੜ ਗਏ। ਬੇਨਤੀ ਕੀਤੀ ਵੀ ਮਹਾਰਾਜ ਨੇ ਬਚਨ ਤਾਂ ਇਹ ਕੀਤਾ ਵਾ, ਪਰ ਅਸੀਂ ਆਪ ਜੀ ਨੂੰ ਨਹੀਂ ਇਸ ਤਰ੍ਹਾਂ ਕਰ ਸਕਦੇ, ਤੁਸੀਂ ਚੱਲੋ ਆਪ। ਉਹਨੇ ਆਪ ਦੀ ਦਾੜੀ ਆਪ ਹੀ ਫੜੀ ਆ। ਭਾਈ ਫੇਰੂ ਨੇ ਆਪਣੀ ਦਾੜੀ ਆਪ ਫੜ ਕੇ ਮਹਾਰਾਜ ਦੇ ਸਾਹਮਣੇ ਪੇਸ਼ ਹੋਇਆ। ਤੇ ਸਤਿਗੁਰੂ ਗਰੀਬ ਨਵਾਜ ਨੇ ਆਖਿਆ ਨਹੀਂ ਭਾਈ ਸਾਹਿਬ, ਇਹ ਤੁਹਾਡੀ ਦਾੜੀ ਸੱਚੀ ਆ। ਉਹਦੇ ਤੇ ਬਖਸ਼ਿਸ਼ ਮਹਾਰਾਜ ਨੇ ਕੀਤੀ। ਮਹਾਰਾਜ ਕਹਿੰਦੇ ਭਾਈ ਫੇਰੂ ਸੱਚੀ ਦਾੜੀ, ਇਹ ਸੱਚੀ ਦਾੜੀ ਆ। ਬਾਕੀਆਂ ਨੂੰ ਜਿਹੜੇ ਕੁਕਰਮ ਕਰਨ ਵਾਲੇ ਸੀ, ਨਸ਼ੇ ਨੁਸ਼ੇ ਵੀ ਖਾ ਲੈਂਦੇ ਸੀ ਤੇ ਸੰਗਤ ਵਿੱਚ ਆਪਣੀ ਪੂਜਾ ਵੀ ਕਰਾਉਂਦੇ ਸੀ, ਆਪਣੇ ਆਪ ਨੂੰ ਹੀ ਆਪਦੀਆਂ ਹੀ ਗੱਦੀਆਂ ਲਾ ਕੇ ਬਹਿ ਜਾਂਦੇ ਸੀ। ਫਿਰ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ। ਇੱਥੇ ਆਨੰਦਪੁਰ ਸਾਹਿਬ ਵੀ ਦਿੱਤੀਆਂ ਤੇ ਦੇਹਰਾਦੂਨ ਉੱਥੇ ਰਾਮ ਰਾਏ ਦੇ ਮਸੰਦ ਸੀ, ਉਹਨਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਕੜਾਹਿਆਂ 'ਚ ਤਲਿਆ ਸੀ, ਕੜਾਹਿਆਂ ਦੇ ਵਿੱਚ।
ਤੋ ਇਸ ਤਰ੍ਹਾਂ ਦਾ ਅਦਲ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਬਾਹਰਲਿਆਂ ਵਾਸਤੇ ਵੀ ਤੇ ਘਰ ਵਾਲਿਆਂ ਵਾਸਤੇ ਵੀ। ਅਦਲ ਪਿਆ ਆਖਦਾ ਸੀ ਆਪਣਾ ਜੇ ਹੋਵੇ ਪਾਪੀ, ਉਹਨੂੰ ਵੀ ਮਸੰਦਾਂ ਵਾਂਗ ਜਿੰਦਾ ਹੀ ਜਲਾਇਆ ਜਾਵੇ। ਮਹਾਰਾਜ ਕਹਿੰਦੇ ਇਹਨਾਂ ਨੇ ਪਾਪ ਹੀ ਐਸੇ ਕੀਤੇ ਆ, ਇਹ ਹੁਣ ਉਪਦੇਸ਼ ਨਾਲ ਸੁਧਰਨ ਵਾਲੇ ਨਹੀਂ, ਸਿੱਖਿਆ ਨਾਲ ਸੁਧਰਨ ਵਾਲੇ ਨਹੀਂ, ਸਿੱਖਿਆ ਇਹਨਾਂ ਤੋਂ ਲੰਘ ਗਏਗਾ। ਤੇ ਫਿਰ ਮਹਾਰਾਜ ਕਹਿੰਦੇ ਇਹਨਾਂ ਨੂੰ ਹੁਣ ਜਿਉਂਦਿਆਂ ਅੱਗ ਲਾ ਕੇ ਸਾੜਿਆ ਜਾਵੇਗਾ। ਵੇਖੋ ਐਸਾ ਮਹਾਰਾਜ ਸਾਹਿਬ ਜੀ ਦਾ ਵਰਤਾਰਾ। ਤਾਂ ਇੱਥੇ ਬਹਾਦਰ ਸ਼ਾਹ ਨੂੰ ਆਖਿਆ ਸੀ ਵੀ ਸਾਨੂੰ ਦੇ, ਅਸੀਂ ਆਪ ਸਜ਼ਾਵਾਂ ਦੇਵਾਂਗੇ ਇਹਨਾਂ ਜ਼ਾਲਮਾਂ ਨੂੰ, ਕਾਜ਼ੀਆਂ, ਮੌਲਵੀਆਂ ਨੂੰ, ਸੂਬਿਆਂ ਨੂੰ, ਵੀ ਅਸੀਂ ਜਾਣਾਂਗੇ ਇਹਨਾਂ ਨੂੰ ਸੂਲੀ ਚਾੜਨਾ ਹੈ ਜਾਂ ਫਾਹੇ ਲਾਉਣਾ ਹੈ, ਉਹ ਅਸੀਂ ਆਪ ਸਜ਼ਾਵਾਂ ਦੇਵਾਂਗੇ। ਪਰ ਇਹਨੇ ਕਿਹਾ ਮਹਾਰਾਜ ਮੈਨੂੰ 1 ਸਾਲ ਦਾ ਸਮਾਂ ਦੇ ਦਿਓ। ਇਹ ਮੁੱਕਰ ਗਿਆ। ਤਾਂ ਇਸ ਤਰ੍ਹਾਂ ਵੀਰ ਰਸ ਵਿੱਚ ਆ ਕਰਕੇ ਸਤਿਗੁਰੂ ਸਾਹਿਬ ਜੀ ਫਿਰ ਕਹਿਣ ਲੱਗੇ ਵੀ ਹੁਣ ਅਸੀਂ ਆਪ ਹੀ ਆਪਣੇ ਸਿੱਖ ਨੂੰ ਥਾਪੜਾ ਦੇ ਕੇ ਉਹਦੇ ਤੋਂ ਹੀ ਹੁਣ ਇਹ ਕਾਰਜ ਕਰਾਵਾਂਗੇ। ਹੁਣ ਸਾਡਾ ਸਿੱਖ ਅਸੀਂ ਦੱਖਣ ਜਾਵਾਂਗੇ, ਦੱਖਣ ਤੋਂ ਸਿੱਖ ਨੂੰ ਭੇਜਾਂਗੇ ਇੱਧਰ। ਭਾਵ ਉੱਥੋਂ ਮਾਧੋ ਦਾਸ ਬੈਰਾਗੀ ਨੂੰ, ਜਿਹੜਾ ਜਪ ਤਪ ਕਰਨ ਡਿਆ ਉੱਥੇ ਬੈਠਾ ਗੋਦਾਵਰੀ ਦੇ ਕੰਢੇ ਤੇ ਜੜਾਵਾਂ ਬਣਾ ਕੇ ਬੈਠਾ ਹੋਇਆ ਸਵਾਹ ਮਲ ਕੇ, ਉਹਨੂੰ ਪਹਿਲਾਂ ਤੇ ਨਵਾ ਧਵਾ ਕੇ ਸਿੰਘ ਸਜਾਵਾਂਗੇ, ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ। ਫਿਰ ਉਹਨੂੰ ਮਾਧੋ ਦਾਸ ਬੈਰਾਗੀ ਤੋਂ ਉਹਨੂੰ ਭਾਈ ਗੁਰਬਖਸ਼ ਸਿੰਘ ਉਹਦਾ ਨਾਮ ਰੱਖਿਆ ਸੀ ਮਹਾਰਾਜ। ਬਾਬਾ ਜੀ ਦਾ ਨਾਮ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ, ਵੀ ਬੰਦਾ ਸਿੰਘ ਬਹਾਦਰ। ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਤੁਹਾਡਾ ਬੰਦਾ ਗੁਲਾਮ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਨੇ ਫਿਰ ਇਹ ਸਾਰੀ ਸੇਵਾ ਸੌਂਪੀ ਸੀ, ਜਥੇਦਾਰ ਬਣਾ ਕਰਕੇ, ਆਪਣੇ ਘਰ ਦਾ ਕਾਰਜ ਕਰਨ ਵਾਲਾ ਥਾਪ ਕਰਕੇ, ਸੇਵਾਦਾਰ ਥਾਪ ਕੇ ਮਹਾਰਾਜ ਸਾਹਿਬ ਜੀ ਨੇ ਉੱਥੋਂ ਭੇਜਿਆ ਸੀ। ਉਹ ਇੱਥੋਂ ਇਸ਼ਾਰਾ ਜਿਹਾ ਬਹਾਦਰ ਸ਼ਾਹ ਨੂੰ ਦੇ ਦਿੱਤਾ ਕਿ ਆਪਣੇ ਸਿੱਖ ਨੂੰ ਥਾਪ ਕੇ ਭੇਜਾਂਗੇ। ਉਹ ਫਿਰ ਕੱਲੇ ਕੱਲੇ ਤੋਂ ਇਹ ਜਿਹੜਾ ਹੈ ਉਹ ਪਲਟਾ ਲਵੇਗਾ, ਕੀਤੀ ਦਾ ਫਲ ਇਹਨਾਂ ਨੂੰ ਭੁਗਤਾਵੇਗਾ। ਤੋ ਇਸ ਤਰੀਕੇ ਦੇ ਨਾਲ ਸੋ ਸ਼ਾਹੋ ਸਚਿੰਤ ਅਦਕ ਹੋਏ ਰਹੇ ਹੋ, ਜਾਨੀ ਅਸ ਕਹਾਂ ਵੀ ਇਹ ਕੀ ਹੋ ਗਿਆ ਹੈ। ਬਹਾਦਰ ਸ਼ਾਹ ਨੇ ਇਸ ਤਰ੍ਹਾਂ ਜਾਣਿਆ, ਇਹ ਸੋਚ ਕਰਕੇ ਤੇ ਫਿਰ ਚੁੱਪ ਕਰ ਗਿਆ ਹੈ। ਇਸ ਤਰ੍ਹਾਂ ਆਪਣੇ ਵਜ਼ੀਰਾਂ ਦੇ ਨਾਲ ਬਹਾਦਰ ਸ਼ਾਹ ਨੇ ਇਹ ਫਿਰ ਗੱਲਬਾਤ ਉਚਾਰੀ ਹੈ ਵੀ ਸਤਿਗੁਰੂ ਜੀ ਤਾਂ ਗੁੱਸੇ ਹੋ ਕੇ ਚਲੇ ਗਏ ਆ। ਮੈਂ ਉਹਨਾਂ ਨੂੰ ਆਖਿਆ ਸੀ 1 ਸਾਲ ਦਾ ਸਮਾਂ ਦਿਓ, ਪਰ ਮਹਾਰਾਜ ਸਾਹਿਬ ਤਾਂ ਇਹ ਬਚਨ ਕਹਿ ਕੇ ਚਲੇ ਗਏ ਹਨ। ਤਾਂ ਇਹ ਸਾਧ ਸੰਗਤ ਜੀ ਇਸ ਗ੍ਰੰਥ ਦਾ ਪਹਿਲਾ ਐਨ ਜਿਹੜਾ ਹੈ ਨਾ ਦਖਨੈਨ, ਉਹ ਸਮਾਪਤ ਹੋਇਆ ਹੈ। ਇਸ ਗ੍ਰੰਥ ਦਾ ਨਾਮ ਭਾਈ ਸਾਹਿਬ ਜੀ ਨੇ ਰੱਖਿਆ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਸ ਦੇ ਵਿੱਚ 12 ਰਾਸਾਂ ਹਨ ਤੇ ਇਸੇ ਤਰ੍ਹਾਂ 6 ਰੁੱਤਾਂ ਵਾ ਤੇ ਫਿਰ 2 ਐਨ। ਇਹ ਸੂਰਜ ਦੇ ਲਿਹਾਜ਼ ਦੇ ਨਾਲ 1 ਸਾਲ ਦੇ ਵਿੱਚ ਜਿਵੇਂ 12 ਮਹੀਨੇ ਹੁੰਦੇ ਨਾ, ਉਹ 12 ਰਾਸਾਂ ਇਸ ਗ੍ਰੰਥ ਦੇ ਵਿੱਚ। ਇਸੇ ਤਰ੍ਹਾਂ ਜਿਵੇਂ 1 ਸਾਲ ਵਿੱਚ ਸੂਰਜ ਇੱਕੋ, ਰੁੱਤ ਅਨੇਕ, 6 ਰੁੱਤਾਂ ਹੁੰਦੀਆਂ, 6 ਰੁੱਤਾਂ ਦਾ ਵੀ ਜ਼ਿਕਰ ਕੀਤਾ ਇਸ ਗ੍ਰੰਥ ਵਿੱਚ। ਤੇ ਫਿਰ 1 ਸਾਲ ਦੇ ਵਿੱਚ ਇਹ 6-6 ਮਹੀਨੇ ਦੇ 2 ਐਨ ਹੁੰਦੇ ਆ ਸੂਰਜ ਦੇ। ਪਹਿਲਾਂ ਇਹ ਦੱਖਣ ਤੋਂ ਪੱਛਮ ਵੱਲ ਨੂੰ, ਫਿਰ ਦੂਸਰਾ ਜਿਹੜਾ ਹੈ ਉਹ ਸਾਧ ਸੰਗਤ ਜੀ ਉੱਤਰ ਤੋਂ ਪੱਛਮ ਵੱਲ। ਇਹ 6 ਮਹੀਨੇ ਦੇ 2 ਐਨ ਮੰਨੇ ਆ, 6-6 ਮਹੀਨਿਆਂ ਦੇ, 12 ਮਹੀਨਿਆਂ। ਤਾਂ ਇਹ 2 ਐਨ ਵੀ ਇਸ ਵਿੱਚ ਕਥਨ ਕੀਤੇ ਭਾਈ ਸਾਹਿਬ ਨੇ। ਪਹਿਲਾ ਐਨ ਸਮਾਪਤ ਹੋਇਆ ਹੈ, ਅੱਗੇ ਫਿਰ ਦੂਸਰੇ ਐਨ ਦੀ ਹੁਣ ਆਰੰਭਤਾ ਕਰਦੇ ਹਨ। ਇਹ ਭਾਗ ਰੱਖੇ ਇਸ ਗ੍ਰੰਥ ਦੇ, ਇਹ ਪ੍ਰਕਰਨ ਰੱਖਿਆ ਇਸ ਗ੍ਰੰਥ ਦਾ। ਇਹ ਹੁਣ ਦੂਸਰਾ ਐਨ ਜੋ ਹੈ ਇਹ ਸਾਧ ਸੰਗਤ ਜੀ ਆਰੰਭ ਹੋ ਰਿਹਾ ਹੈ। ਜਿਹੜਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਕਿ ਜਦੋਂ ਸੂਰਜ ਉੱਤਰ ਨੂੰ ਜਾਂਦਾ ਪ੍ਰਤੀਤ ਹੋਵੇ, ਲਗਭਗ 9-10 ਪੋਹ ਤੋਂ 9-10 ਹਾੜ ਤੱਕ, 23 ਦਸੰਬਰ ਤੋਂ 21 ਜੂਨ ਤੱਕ, ਤਾਂ ਇਹ ਇਸ ਨੂੰ ਕਹਿੰਦੇ ਹਨ ਉਤਰਾਇਣ। ਇਹ ਦੂਜਾ ਐਨ ਸੂਰਜ ਦਾ ਹੈ। ਇਹ ਆਰੰਭ ਕਰਦੇ, ਇਹ ਆਖਰੀ ਇਸ ਗ੍ਰੰਥ ਦਾ ਹਿੱਸਾ ਹੈ। ਆਰੰਭ ਵਿੱਚ ਮੰਗਲ ਕਰਦੇ ਆ ਤੇ ਭਾਈ ਸਾਹਿਬ ਸੰਤੋਖ ਸਿੰਘ ਜੀ ਜਦੋਂ ਵੀ ਮੰਗਲ ਕਰਦੇ ਪਹਿਲਾਂ ਗੁਰੂ ਸਾਹਿਬਾਂ ਦਾ ਉਚਾਰਨ ਕੀਤਾ ਹੋਇਆ ਮੰਗਲ ਲਿਖਦੇ ਆ। ਇੱਥੇ ਜੋ ਮੰਗਲ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੈਂਕੜੇ ਵਾਰੀ ਆਇਆ। 1 ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ
ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਸੋਭਾ ਵਾਲੇ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਜਿੱਤ ਹੈ। ਇਹ ਮੰਗਲ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੰਗਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਮੰਗਲ, ਇਹ ਦੋਵੇਂ ਮੰਗਲ ਆਰੰਭ ਵਿੱਚ ਲਿਖਦੇ ਆ ਭਾਈ ਸੰਤੋਖ ਸਿੰਘ ਜੀ। ਉਸ ਤੋਂ ਬਾਅਦ ਆਪਣੀ ਲੇਖਣੀ ਆਰੰਭ ਕਰਦੇ, ਕਿਉਂਕਿ ਉਹਨਾਂ ਦਾ ਨਿਸ਼ਚਾ ਹੈ, ਉਹਨਾਂ ਦਾ ਪ੍ਰੇਮ ਹੈ ਗੁਰੂ ਸਾਹਿਬਾਂ ਜੀ ਦੇ ਨਾਲ ਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਮੰਗਲ ਲਿਖਣੇ ਆ। ਇਹ ਮੰਗਲ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਵਰਤਿਆ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਾ ਅਰਥ ਹੈ ਸੋਭਾ ਵਾਲੇ, ਵਾਹੇ ਨਾਮ ਹੈ ਅਸਚਰਜ ਦਾ, ਜੋ ਅਸਚਰਜ ਸਰੂਪ ਗੁਰੂ ਰੂਪ ਹਨ। ਜੀ ਸਤਿਕਾਰ ਨਾਲ, ਕੀ ਦਾ ਅਰਥ ਹੈ ਦੀ, ਫਤਿਹ ਮੈਨੇ ਜਿੱਤ। ਸੋਭਾ ਵਾਲੇ ਅਸਚਰਜ ਸਰੂਪ ਵਾਹਿਗੁਰੂ ਜੀ ਦੀ ਹਮੇਸ਼ਾ ਜਿੱਤ ਹੈ। ਫਿਰ ਦੂਸਰਾ ਅਰਥ ਇਸ ਦਾ ਮਹਾਂਪੁਰਖ ਕਰਦੇ ਹਨ, ਜੀ ਤੋਂ ਲੈਂਦੇ ਜੀਵ। ਜਿਹੜਾ ਜੀਵ ਉਸ ਵਾਹਿਗੁਰੂ ਜੀ ਦੀ ਭਗਤੀ ਕਰਦਾ, ਉਸ ਵਾਹਿਗੁਰੂ ਜੀ ਦੀ ਸ਼ਰਨ ਲੈਂਦਾ ਹੈ, ਉਸ ਜੀਵ ਦੀ ਲੋਕ ਵਿੱਚ ਵੀ ਜਿੱਤ ਹੁੰਦੀ ਹੈ ਤੇ ਪਰਲੋਕ ਵਿੱਚ ਵੀ ਜਿੱਤ ਹੁੰਦੀ ਹੈ, ਕਿਉਂਕਿ ਵਾਹਿਗੁਰੂ ਹੀ ਜਿੱਤਾਂ ਦਿਵਾਉਣ ਵਾਲੇ ਆ। ਇਸ ਕਰਕੇ ਜਿਹੜਾ ਜੀਵ ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਉਸ ਜੀਵ ਦੀ ਵੀ ਫਤਿਹ ਹੁੰਦੀ ਹੈ, ਜਿੱਤ ਹੁੰਦੀ ਹੈ। ਹੱਥ ਤੋਂ ਭਾਵ ਹੈ ਹੁਣ ਮੰਗਲਾਂ ਤੋਂ ਬਾਅਦ ਹੁਣ ਜੋ ਉਤਰਾਇਣ ਹੈ, ਇਹ ਭਾਗ ਹੈ, ਇਸ ਗ੍ਰੰਥ ਦਾ ਹਿੱਸਾ ਹੈ ਆਖਰੀ, ਔਰ ਇਹ ਸਭ ਨਾਲੋਂ ਛੋਟਾ ਹਿੱਸਾ ਹੈ। 12 ਰਾਸਾਂ ਕਥਨ ਕੀਤੀਆਂ, ਉਹਨਾਂ ਦਾ ਵੀ ਵਿਸਥਾਰ ਬੜਾ ਹੈ, ਕਿੰਨੇ ਕਿੰਨੇ ਅੰਸੂ ਹਨ। ਫਿਰ ਇਸੇ ਤਰ੍ਹਾਂ 6 ਰੁੱਤਾਂ, ਉਹਨਾਂ ਦਾ ਵੀ ਵਿਸਥਾਰ ਵੱਡਾ ਹੈ। ਫਿਰ ਇਹਦੇ ਤੋਂ ਪਹਿਲਾ ਐਣ ਜਿਹੜਾ ਹੈ ਉਹ ਵੀ ਵੱਡੇ ਵਿਸਥਾਰ ਵਾਲਾ ਹੈ, ਪਰ ਇਹ ਛੋਟਾ ਜੇ ਵਿਸਥਾਰ ਵਾਲਾ ਹੈ। ਹੁਣ ਇਹ ਆਖਰੀ ਜਿੱਥੇ ਗ੍ਰੰਥ ਦੀ ਸਮਾਪਤੀ ਭਾਈ ਸਾਹਿਬ ਜੀ ਨੇ ਕਰਨੀ ਹੈ, ਇਸ ਐਣ ਦੇ ਨਾਲ ਹੀ ਇਸ ਗ੍ਰੰਥ ਦੀ ਸਮਾਪਤੀ ਕਰਨੀ, ਇਸ ਐਣ ਦੀ ਸਮਾਪਤੀ ਹੋਣੀ ਆ, ਇਸ ਗ੍ਰੰਥ ਦੀ ਸਮਾਪਤੀ ਹੋਣੀ। ਤਾਂ ਕਹਿੰਦੇ ਵੀ ਇਹ ਜਿਹੜਾ ਅਖੀਰਲਾ ਹੈ ਨਾ ਉਤਰਾਇਣ, ਇਸ ਦੀ ਹੁਣ ਆਰੰਭਤਾ ਕਰਦੇ ਹਾਂ। ਭਾਈ ਸਾਹਿਬ ਜੀ ਪਹਿਲਾਂ ਕਵੀ ਸੰਕੇਤ ਮਰਿਆਦਾ ਦਾ ਮੰਗਲ ਕਰਦੇ। ਸਾਰੇ ਕਵੀ ਜਨ ਇੱਕ ਪਰਮੇਸ਼ਰ ਦੀ ਸ਼ਕਤੀ ਮੰਨਦੇ ਆ, ਜਿੰਨੇ ਵੀ ਕਵੀ ਆ ਨਾ ਕਵਿਤਾ ਰਚਨ ਵਾਲੇ, ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਇੱਕ ਉਹ ਵਿਦਿਆ ਸ਼ਕਤੀ ਮੰਨਦੇ ਹਨ, ਤਾਂ ਉਸ ਦਾ ਮੰਗਲ ਕਰਦੇ। ਤਾਂ ਮਹਾਰਾਜ ਸਾਹਿਬ ਜੀ ਨੇ ਵੀ ਉਸ ਸ਼ਕਤੀ ਦਾ, ਉਹ ਪਰਮੇਸ਼ਰ ਵਾਹਿਗੁਰੂ ਜੀ ਤੋਂ ਵੱਖ ਤਾਂ ਨਹੀਂ, ਉਹਦੇ ਹੁਕਮ ਦੇ ਵਿੱਚ ਹੀ ਉਹ ਸ਼ਕਤੀ ਵਰਤਦੀ ਹੈ। ਉਹਦਾ ਜ਼ਿਕਰ ਅੰਮ੍ਰਿਤ ਬਾਣੀ 'ਚ ਕਿਤੇ ਭਗਉਤੀ ਕਹਿ ਕਰਕੇ, ਕਿਤੇ ਇਸੇ ਪ੍ਰਕਾਰ ਉਸੇ ਨੂੰ ਚੰਡੀ ਕਹਿ ਕਰਕੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ। ਇੱਥੇ ਕਵੀ ਜੀ ਕਹਿੰਦੇ ਹਨ ਕਿ ਉਹ ਜੋ ਪਰਮੇਸ਼ਰ ਦੀ ਸ਼ਕਤੀ ਹੈ, ਜੋ ਕਵੀਆਂ ਨੂੰ ਕਵਿਤਾ ਦੀ ਦਾਤ ਬਖਸ਼ਦੀ ਹੈ, ਵੀ ਪਰਮੇਸ਼ਰ ਹੀ ਬਖਸ਼ਦੇ ਆ, ਉਹ ਜੋ ਵਿਦਿਆ ਹੈ, ਵਿਦਿਆ ਦਾ ਮੰਗਲ ਕਰਦੇ, ਉਹ ਸ਼ਕਤੀ ਦਾ ਮੰਗਲ ਕਰਦੇ। ਕਹਿੰਦੇ ਜਗ ਰਾਣੀ ਮਾਨੀ ਸੁਰਨ, ਹੇ ਜਗਤ ਦੀ ਰਾਣੀ ਤੇ ਮਾਨੀ ਸਤਿਕਾਰਯੋਗ। ਸੁਰਨ ਕਹਿੰਦੇ ਦੇਵਤਿਆਂ ਨੂੰ, ਦੇਵਤਿਆਂ ਦੇ ਵੀ ਸਤਿਕਾਰਯੋਗ ਹੈ, ਦੇਵਤੇ ਵੀ ਤੇਰਾ ਸਤਿਕਾਰ ਕਰਦੇ ਹਨ। ਤੇ ਸੁੱਖਾਂ ਨੂੰ ਦੇਣ ਵਾਲੀ ਸੁਖਦਾਨੀ ਹੈ, ਨਿਜ ਦਾਸ, ਆਪਣੇ ਦਾਸਾਂ ਨੂੰ ਸੁਖ ਦੇਣ ਵਾਲੀ ਹੈ। ਇਹ ਜੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਗ੍ਰੰਥ ਨੂੰ ਤੁਸੀਂ ਪੂਰਾ ਕੀਤਾ ਹੈ, ਕਵੀ ਦੀ ਰਸਨਾ ਉੱਤੇ ਤੂੰ ਵਾਸਾ ਕੀਤਾ ਹੈ, ਤੇ ਮੈਨੂੰ ਕਵਿਤਾ ਫੁਰੀ ਹੈ, ਹਜ਼ਾਰਾਂ ਤਰ੍ਹਾਂ ਦੇ ਛੰਦ ਫੁਰੇ ਆ ਫਿਰ, ਤੇ ਗੁਰੂ ਸਾਹਿਬ ਜੀ ਦਾ ਜਸ ਜਿਹੜਾ ਉਹ ਲਿਖਿਆ ਗਿਆ ਹੈ। ਇਸੇ ਪ੍ਰਕਾਰ ਦੂਸਰਾ ਅਰਥ ਇਹਦਾ ਕਰਦੇ ਹਨ ਮਹਾਂਪੁਰਖ, ਫੇਰ ਇਹੀ ਪੜ੍ਹੀਏ ਦੋਹਰਾ। ਜਗ ਰਾਣੀ ਕੌਣ ਹੈ? ਜਗਤ ਦੀ ਰਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਦਾ ਮੰਗਲ ਹੈ। ਧੁਰ ਕੀ ਬਾਣੀ ਆਏ ਤਿਨ ਸਗਲੀ ਚਿੰਤ ਮਿਟਾਏ, ਜਿਸ ਨੂੰ ਆਖਿਆ ਬਾਣੀਆਂ ਸਿਰ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀਆਂ ਤੇ ਬੜੀਆਂ ਸੰਸਾਰ ਦੇ ਵਿੱਚ, 4 ਵੇਦਾਂ ਦੀ ਬਾਣੀ, 6 ਸ਼ਾਸਤਰਾਂ ਦੀ ਬਾਣੀ, 27 ਸਿਮਰਤੀਆਂ ਦੀ ਬਾਣੀ, 18 ਪ੍ਰਾਣ ਦੀ ਬਾਣੀ, ਗੀਤਾ ਬਾਣੀ, ਬਾਈਬਲ ਬਾਣੀ, ਹੋਰ ਬਾਣੀਆਂ ਬਹੁਤ ਹਨ।
ਸਾਰੀਆਂ ਆਪਣੇ ਆਪਣੇ ਥਾਂ ਤੇ ਸਤਿਕਾਰਯੋਗ ਆ। ਹਰੇਕ ਧਰਮ ਦੇ ਧਰਮ ਗ੍ਰੰਥ ਹਨ ਤੇ ਸਾਰੇ ਉਹਨਾਂ ਵਾਸਤੇ ਵੀ ਸਤਿਕਾਰਯੋਗ ਆ, ਸਾਡੇ ਵਾਸਤੇ ਵੀ ਸਤਿਕਾਰਯੋਗ ਆ। ਪਰ ਦੁਨੀਆ ਦਾ ਕੋਈ ਗ੍ਰੰਥ ਨਹੀਂ ਹੈ ਜਿਸ ਦਾ ਸਵੇਰੇ ਪ੍ਰਕਾਸ਼ ਕੀਤਾ ਜਾਂਦਾ ਹੋਵੇ। ਦੁਨੀਆ ਦਾ ਕੋਈ ਗ੍ਰੰਥ ਨਹੀਂ ਹੈ ਜਿਸ ਦਾ ਰਾਤ ਨੂੰ ਸੁਖ ਆਸਨ ਕੀਤਾ ਜਾਂਦਾ ਹੋਵੇ। ਦੁਨੀਆ ਦਾ ਕੋਈ ਗ੍ਰੰਥ ਨਹੀਂ ਹੈ ਜਿਸ ਉੱਤੇ ਚੰਦੋਆ ਲੱਗਦਾ ਹੋਵੇ, ਜਿਸ ਉੱਤੇ ਚੌਰ ਝੁਲਦਾ ਹੋਵੇ, ਜਿਸ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾਣਾ ਹੈ ਤੇ 5 ਸਿੱਖ ਨਾਲ ਚੱਲਦੇ ਹੋਣ, 5 ਜਾਣੇ ਨਾਲ। ਕੋਈ ਤੇ ਕੱਛ ਵਿੱਚ ਹੀ ਵਲੇਟ ਕੇ ਲੈ ਜਾਂਦਾ ਹੈ, ਕੋਈ ਟਰੰਕ ਵਿੱਚ ਵਲੇਟ ਕੇ ਲੈ ਜਾਂਦਾ ਹੈ, ਕੋਈ ਕਿਸੇ ਤਰੀਕੇ ਦੇ ਨਾਲ। ਪਰ ਇੱਕੋ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਜਿਨ੍ਹਾਂ ਦਾ ਸਵਾਰਾ ਇੱਕ ਥਾਂ ਤੋਂ ਦੂਜੇ ਥਾਂ ਤੇ ਤਾਂ ਜਾਵੇਗਾ ਜੇ ਘੱਟੋ ਘੱਟ 5 ਸਿੰਘ ਹੋਣਗੇ, 5 ਸਿੱਖ ਹੋਣਗੇ ਫਿਰ ਜਾਣਗੇ। ਤੇ ਜੇ ਕੋਈ ਘੱਟ ਲੈ ਕੇ ਜਾਂਦਾ ਹੈ ਤੇ ਉਹ ਫਿਰ ਮਰਿਆਦਾ 'ਚ ਫਰਕ ਪਾਉਂਦਾ ਹੈ, ਉਹ ਦੇਣਦਾਰ ਆਪ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਤਖਤ ਹੈ, ਪ੍ਰਕਾਸ਼ ਹੁੰਦਾ ਹੈ, ਚੌਰ ਹੁੰਦਾ ਹੈ। ਫਿਰ ਅਰਦਾਸ ਨਹੀਂ ਹੁੰਦੀ ਕਿਸੇ ਵੀ ਗ੍ਰੰਥ ਦੇ ਅੱਗੇ, ਅਰਦਾਸਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੁੰਦੀਆਂ ਹਨ। ਫਿਰ ਸਾਧ ਸੰਗਤ ਜੀ ਸਾਂਝਾ ਉਪਦੇਸ਼ ਕੋਈ ਨਹੀਂ ਦਿੰਦਾ ਹੋਰ, ਤੇ ਸਭ ਤੋਂ ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਇੱਕੋ ਇੱਕ ਧੁਰ ਕੀ ਬਾਣੀ ਦਿੰਦੀ ਹੈ, ਜਿੱਥੇ ਲਿਖਿਆ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਹੋਰ ਵੀ ਬੇਅੰਤ ਮਹਿਮਾ ਹਨ। ਹੁਣ ਸਮੇਂ ਦੀ ਸਮਾਪਤੀ ਹੈ ਤਾਂ ਇਸ ਕਰਕੇ ਜਗ ਰਾਨੀ, ਸਾਰੇ ਜਗ ਦੇ ਵਿੱਚ ਸਾਰੀਆਂ ਬਾਣੀਆਂ ਤੋਂ ਰਾਣੀ ਸਰੂਪ ਜਿਹੜੀ ਬਾਣੀ ਹੈ ਉਹ ਗੁਰੂ ਕੀ ਬਾਣੀ ਹੈ, ਉਹ ਧੁਰ ਕੀ ਬਾਣੀ ਹੈ, ਉਹ ਬਾਣੀਆਂ ਸਿਰ ਬਾਣੀ ਹੈ, ਉਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਕਿਉਂਕਿ ਨਿਰੰਕਾਰ ਦਾ ਪ੍ਰਤੱਖ ਸਰੂਪ ਹਨ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਜਗਤ ਦੀ ਰਾਣੀ ਗੁਰੂ ਕੀ ਬਾਣੀ ਹੈ, ਮਾਨੀ ਸੁਰਨ, ਜਿਸ ਨੂੰ ਦੇਵਤੇ ਵੀ ਮੰਨਦੇ ਆ, ਦੇਵਤੇ ਵੀ ਨਮਸਕਾਰਾਂ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ। ਤੇ ਸਿੱਖਾਂ ਰੂਪੀ ਦੇਵਤੇ ਜਿਨ੍ਹਾਂ ਕੋਲੇ ਸ਼ੁਭ ਗੁਣ ਉਹਨਾਂ ਨੂੰ ਦੇਵਤੇ ਆਖਿਆ, ਦੇਵੀ ਸੰਪਦਾ ਵਾਲੇ ਜਿਨ੍ਹਾਂ ਨੂੰ ਮਹਾਰਾਜ ਨੇ ਦੇਵਤੇ ਬਣਾ ਦਿੱਤਾ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ, ਜਿਨ੍ਹਾਂ ਨੂੰ ਸ਼ੁਭ ਗੁਣ ਦੇ ਦਿੱਤੇ, ਉਹ ਸਿੱਖਾਂ ਰੂਪੀ ਦੇਵਤੇ ਵੀ ਇਸ ਬਾਣੀ ਨੂੰ ਨਮਸਕਾਰਾਂ ਕਰਦੇ ਹਨ, ਮੰਨਦੇ ਹਨ। ਸੁਖ ਦਾਨੀ ਨਿਜ ਦਾਸ, ਤੇ ਸੁੱਖਾਂ ਨੂੰ ਦੇਣ ਵਾਲੀ, ਸੁੱਖਾਂ ਦੀ ਦਾਤੀ ਹੈ ਬਾਣੀ। ਜਿਹੜੇ ਇਸ ਦੇ ਦਾਸ ਬਣ ਜਾਂਦੇ, ਸੇਵਕ ਬਣ ਜਾਂਦੇ ਧੁਰ ਕੀ ਬਾਣੀ ਦੇ, ਤੇ ਆਪਣੇ ਦਾਸਾਂ ਨੂੰ ਇਹ ਸੁੱਖ ਦਿੰਦੀ ਹੈ ਗੁਰੂ ਕੀ ਬਾਣੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਗੁਰੂ ਕੀ ਬਾਣੀ ਨੇ ਕਿਰਪਾ ਕੀਤੀ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਮੇਰਾ ਇਹ ਆਰੰਭ ਕੀਤਾ ਹੋਇਆ ਗੁਰੂ ਸਾਹਿਬ ਦੇ ਇਤਿਹਾਸ ਵਾਲਾ ਗ੍ਰੰਥ ਪੂਰਾ ਕਰ ਦਿੱਤਾ ਹੈ। ਹੁਣ ਇੱਥੇ ਕਿਉਂ ਕਹਿ ਰਹੇ ਆ ਵੀ ਪੂਰਨ ਕੀਰਨਸ, ਹਾਲੇ ਤੇ ਅੱਗੇ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਹੋਰ ਲਿਖਣਾ। ਤਾਂ ਕਹਿ ਰਹੇ ਆ ਕਿਉਂਕਿ ਇਹ ਆਖਰੀ ਪੜਾਅ ਹੈ ਗ੍ਰੰਥ ਦਾ, ਇਹ ਆਖਰੀ ਐਨ ਹੈ। ਹੁਣ ਇੱਥੋਂ ਦੱਖਣ ਵੱਲ ਨੂੰ ਮਹਾਰਾਜ ਸਾਹਿਬ ਜੀ ਨੇ ਜਾਣਾ ਹੈ, ਉਹ ਸਾਰੀ ਕਥਾ ਲਿਖਣਗੇ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੁਰਿਆਈ ਦੇ ਕੇ ਸੱਚਖੰਡ ਪਿਆਨਾ ਕਰਨਾ ਹੈ, ਉੱਥੋਂ ਤੀਕ ਦਾ ਇਤਿਹਾਸ ਇਸ ਗ੍ਰੰਥ ਵਿੱਚ ਆਵੇਗਾ। ਇਸ ਕਰਕੇ ਕਹਿੰਦੇ ਵੀ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹ ਗ੍ਰੰਥ ਮੇਰਾ ਇਤਿਹਾਸ ਦਾ ਪੂਰਾ ਕਰ ਦਿੱਤਾ ਹੈ। ਕਹਿੰਦੇ ਬਾਣੀ ਦੀ ਸਾਰੀ ਕਲਾ ਵਰਤੀ ਹੈ, ਕਵੀ ਦੀ ਰਸਨਾ ਤੇ ਵਾਸਾ ਕੀਤਾ ਬਾਣੀ ਨੇ। ਇਹਦਾ ਭਾਵ ਕੀ ਹੋਇਆ? ਭਾਈ ਸੰਤੋਖ ਸਿੰਘ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਰਿਹਾ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕੀਤਾ। ਇਸ ਬਾਣੀ ਨੇ ਕਵੀ ਦੀ ਰਸਨਾ ਤੇ ਵਾਸਾ ਕੀਤਾ ਤੇ ਕਵੀ ਦੇ ਅੰਦਰੋਂ ਫਿਰ ਐ ਝਰਨਾਟੇ ਛੇੜ ਦਿੱਤੇ, ਕਵਿਤਾ ਦੇ ਅੰਦਰੋਂ ਝੜੀ ਲਾ ਦਿੱਤੀ ਕਵਿਤਾ ਦੀ। ਮਹਾਰਾਜ ਸਾਹਿਬ ਜੀ ਦਾ ਇਤਿਹਾਸ ਜਿਹੜਾ ਉਹ ਆਈ ਗਿਆ, ਉਹ ਅਨੇਕ ਪ੍ਰਕਾਰ ਦੇ ਛੰਦਾਬੰਦੀ ਵਿੱਚ, ਕਦੇ ਦੋਹਰਿਆਂ ਵਿੱਚ, ਕਿਤੇ ਚੌਪਈ ਛੰਦ ਵਿੱਚ, ਕਿਤੇ ਕਵਿਤ ਵਿੱਚ, ਕਿਤੇ ਅੜਿੱਲ ਛੰਦ, ਕਿਤੇ ਹੋਰ ਕਈ ਤਰ੍ਹਾਂ ਦੇ ਛੰਦ, ਕੋਈ ਗਿਣਤੀ ਮਿਣਤੀ ਨਹੀਂ। ਅਨੇਕ ਤਰ੍ਹਾਂ ਦੇ ਛੰਦ ਜਿਹੜੇ ਆ ਇਹ ਕਵੀ ਦੀ ਰਸਨਾ ਉੱਤੇ ਗੁਰੂ ਕੀ ਬਾਣੀ ਨੇ ਵਾਸਾ ਕੀਤਾ। ਇਹ ਸਾਰੀ ਬਾਣੀ ਦੀ ਖੇਡ ਵਰਤੀ ਹੈ, ਬਾਣੀ ਦੀ ਕਲਾ, ਇਹ ਪਾਰਸ ਕਲਾ ਵਰਤੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਇੱਥੋਂ ਦੀ ਕਹਿੰਦੇ ਗੁਰੂ ਕੇ ਇਤਿਹਾਸ ਦਾ ਇਹ ਗ੍ਰੰਥ ਲਿਖਿਆ ਗਿਆ। ਬਾਕੀ ਅੱਗੇ ਰਹਿੰਦਾ ਵੀ ਮਹਾਰਾਜ ਸਾਹਿਬ ਜੀ ਨੇ ਸੰਪੂਰਨ ਕਰਾਉਣਾ ਹੈ। ਇਹ ਸਾਧ ਸੰਗਤ ਜੀ ਜੋ ਦੂਸਰਾ ਐਨ ਹੈ ਉਹਦੀ ਆਰੰਭਤਾ ਕਰਦਿਆਂ ਹੋਇਆਂ ਭਾਈ ਸਾਹਿਬ ਨੇ ਮੰਗਲ ਕੀਤੇ। ਅੱਗੇ 10 ਗੁਰੂ ਸਾਹਿਬਾਂ ਦਾ ਮੰਗਲ ਕਰਨਗੇ। ਫਿਰ ਬਾਕੀ ਜੋ ਰਹਿੰਦਾ ਇਤਿਹਾਸ ਹੈ ਕਲਗੀਧਰ ਪਾਤਸ਼ਾਹੀ ਦਾ, ਕਿਵੇਂ ਆਗਰੇ ਤੋਂ ਮਹਾਰਾਜ ਦੱਖਣ ਵੱਲ ਨੂੰ ਜਾਂਦੇ ਆ, ਉਹ ਸਾਰੇ ਪ੍ਰਸੰਗ ਆਉਣਗੇ।
ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 हे गोबिंद हे गोपाल हे दयाल लाल प्राण नाथ अनाथ सखे दीन दर्द निवार। हे समरथ अगम पूरन मोहे मया धार। अंधकूप महाभयान नानक आए प्रभ शरणागति कृपा निध दयाल। एक अक्षर हर मन बसत नानक होत कथा निता प्रत होत है। सुनहो सिंह नानक गुर गोबिंद सिंह जी सदा करे। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।